ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਦੀ ਵਿਆਖਿਆ ਕਰਾਂਗੇ। ਬਾਬਾ ਸ਼ੇਖ ਫਰੀਦ ਜੀ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਜਿਹੜੀ ਜਾਣਕਾਰੀ ਹੈ ਉਹ ਪਹਿਲਾਂ ਆਪ ਸਭ ਦੇ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ। ਸੋ ਇਸ ਦੇ ਵਿੱਚ ਕੇਵਲ ਤੇ ਕੇਵਲ ਅਸੀਂ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਦੀ ਵਿਆਖਿਆ ਕਰਾਂਗੇ, ਕੇਵਲ ਵਿਆਖਿਆ, ਕਿਉਂਕਿ ਜਿਹੜਾ ਪ੍ਰਸੰਗ ਹੈ ਉਹ ਆਪ ਜੀ ਦੇ ਨਾਲ ਪਹਿਲਾਂ ਸ਼ੇਅਰ ਕੀਤਾ ਜਾ ਚੁੱਕਾ ਹੈ। ਆਪ ਸਾਰਿਆਂ ਨੂੰ ਪਤਾ ਹੈ ਕਿ ਪ੍ਰਸੰਗ ਕਿਵੇਂ ਲਿਖੀਦਾ। ਬਾਬਾ ਸ਼ੇਖ ਫਰੀਦ ਜੀ ਦੀ ਜਿਹੜੀ ਇਹ ਕਵਿਤਾ ਹੈ ਉਹ ਸੂਫੀ ਕਾਵਧਾਰਾ ਦੇ ਅੰਤਰਗਤ ਆਉਂਦੀ ਹੈ। ਬਾਬਾ ਸ਼ੇਖ ਫਰੀਦ ਜੀ ਨੂੰ ਪੰਜਾਬੀ ਕਵਿਤਾ ਦੇ ਵਿੱਚ ਵਿਰਹਾ ਦਾ ਸੁਲਤਾਨ ਕਵੀ ਕਿਹਾ ਜਾਂਦਾ ਹੈ। ਔਰ ਇਹਨਾਂ ਦੀ ਕਵਿਤਾ ਜਿਹੜੀ ਬਾਣੀ ਹੈ ਉਹ ਸਭ ਤੋਂ ਮਿੱਠੀ ਬਾਣੀ ਦੇ ਰੂਪ ਦੇ ਵਿੱਚ ਅਸੀਂ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਜਿਹੜੀ ਸਾਰੀ ਰਚਨਾ ਬਾਣੀ, ਉਸ ਦੇ ਵਿੱਚ ਇਹਨਾਂ ਦੇ 4 ਸ਼ਬਦ 2 ਰਾਗ ਸੂਹੀ ਅਤੇ 2 ਰਾਗ ਆਸਾ ਦੇ ਵਿੱਚ ਦਰਜ ਹਨ ਅਤੇ 112 ਸ਼ਲੋਕ ਨੇ। ਸ਼ਲੋਕ ਸ਼ੇਖ ਫਰੀਦ ਜੀ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਅੰਦਰ 130 ਸ਼ਲੋਕ ਹਨ, ਪਰ ਉਹਨਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਕੇਵਲ ਤੇ ਕੇਵਲ 112 ਸ਼ਲੋਕ ਹਨ। ਬਾਕੀ 18 ਜਿਹੜੇ ਸ਼ਲੋਕ ਹਨ ਪਹਿਲੇ 5 ਗੁਰੂ ਸਾਹਿਬਾਨਾਂ ਦੇ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੀ ਕੀਤੀ ਗਈ ਆਲੋਚਨਾ ਦੇ ਰੂਪ ਦੇ ਵਿੱਚ ਦਰਜ ਹਨ। ਜਦੋਂ ਅਸੀਂ ਸ਼ਲੋਕਾਂ ਦੀ ਵਿਆਖਿਆ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਇਹਨਾਂ ਸ਼ਲੋਕਾਂ ਦੇ ਪਿੱਛੇ ਸ਼ਲੋਕ ਦਾ ਜਿਹੜਾ ਹੈ ਕਰਮਾਂਕ ਗਿਣਤੀ ਲਿਖੀ ਹੋਈ ਹੈ। ਸਾਡੇ ਸਿਲੇਬਸ ਦੇ ਵਿੱਚ ਕੁੱਲ 40 ਸ਼ਲੋਕ ਅਤੇ 2 ਸ਼ਬਦ ਦਰਜ ਹਨ। ਅਸੀਂ ਉਹਨਾਂ ਦੀ ਹੀ ਵਿਆਖਿਆ ਕਰਾਂਗੇ। ਸਭ ਤੋਂ ਪਹਿਲਾਂ ਹੈ ਬੇੜਾ ਬੰਧ ਨਾ ਸਕਿਓ। ਇਹ ਰਾਗ ਸੂਹੀ ਲਲਿਤ ਦੇ ਵਿੱਚ ਦਰਜ ਹੈ। ਇਸ ਸ਼ਬਦ ਦੇ ਅੰਦਰ ਬਾਬਾ ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਇੱਕ ਸੁਨੇਹਾ ਦਿੱਤਾ ਕਿ ਉਸ ਪਰਮਾਤਮਾ ਦਾ ਜਿਹੜਾ ਸਿਮਰਨ ਦਾ ਸਮਾਂ, ਜੇਕਰ ਉਹ ਸਹੀ ਸਮੇਂ ਦੇ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ, ਭਾਵ ਪਹਿਲੀ ਉਮਰ ਦੇ ਵਿੱਚ ਜਦੋਂ ਉਹ ਇਸ ਅਵਸਥਾ ਦੇ ਵਿੱਚ ਹੁੰਦਾ ਹੈ, ਨਹੀਂ ਕਰਦਾ, ਤਾਂ ਬਾਅਦ ਦੇ ਵਿੱਚ ਉਸ ਪਰਮਾਤਮਾ ਦਾ ਸਿਮਰਨ ਉਸ ਦੇ ਲਈ ਬੜਾ ਔਖਾ ਹੋ ਜਾਂਦਾ ਹੈ। ਇਸੇ ਸ਼ਬਦ ਦੀ ਵਿਆਖਿਆ ਅਸੀਂ ਇੰਝ ਕਰਦੇ ਹਾਂ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਇਹ ਬੇੜਾ ਕੀ ਹੈ ਕਿ ਜਿਹੜਾ ਮਨੁੱਖੀ ਜੀਵ ਹੈ ਉਹ ਇਸ ਸੰਸਾਰ ਭਵ ਸਾਗਰ ਤੋਂ ਪਾਰ ਤਰਨ ਦੇ ਲਈ ਆਪਣੇ ਜੀਵਨ ਦੇ ਵਿੱਚ ਜੋ ਉਸ ਪਰਮਾਤਮਾ ਦਾ ਸਿਮਰਨ ਕਰਕੇ ਯਤਨ ਕਰਦਾ ਹੈ, ਉਹ ਕੇਵਲ ਤੇ ਕੇਵਲ ਉਸ ਅਵਸਥਾ ਦੇ ਵਿੱਚ ਹੀ ਕਰ ਸਕਦਾ ਜਦੋਂ ਉਸ ਦੇ ਸਰੀਰ ਦੇ ਵਿੱਚ ਉਸ ਪਰਮਾਤਮਾ ਨੂੰ ਦੇ ਨਾਲ ਜੁੜਨ ਦੀ ਸਮਰੱਥਾ ਹੁੰਦੀ ਹੈ, ਭਾਵ ਸਰੀਰ ਰੋਗ ਮੁਕਤ ਹੁੰਦਾ ਹੈ। ਕਿ ਹੇ ਜੀਵ, ਪਹਿਲਾਂ ਮੈਂ ਸ਼ਲੋਕ ਜਿਹੜਾ ਉਹ ਪੜ੍ਹਦਾ ਹਾਂ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨ ਲਾਇ ਕਸੁੰਭੜੇ ਜਲ ਜਾਸੀ ਢੋਲਾ। ਰਹਾਉ, ਜਿਸ ਬੰਦ ਦੇ ਵਿੱਚ ਰਹਾਉ ਆਉਂਦਾ ਉਹ ਬੰਦ ਉਸ ਕਾਵਿ ਟੋਟੇ ਦਾ ਕੇਂਦਰੀ ਭਾਵ ਹੁੰਦਾ। ਉੱਥੇ ਰੁਕਣਾ ਹੁੰਦਾ, ਵਿਚਾਰ ਹੁੰਦੀ ਹੈ, ਕਿਉਂਕਿ ਸਾਰੇ ਦੇ ਸਾਰਾ ਜਿਹੜਾ ਅਗਲਾ ਕਾਵਿ ਹੈ ਉਹ ਬੰਦ ਹੈ ਉਸੇ ਹੀ
ਕੇਂਦਰੀ ਭਾਵ ਦੇ ਦੁਆਲੇ ਘੁੰਮਦਾ ਹੈ, ਉਸੇ ਦੀ ਵਿਆਖਿਆ ਦ੍ਰਿਸ਼ਟਾਂਤ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਕੀ ਕਹਿੰਦੇ ਨੇ ਬਾਬਾ ਸ਼ੇਖ ਫਰੀਦ ਜੀ ਕਿ ਇਹ ਜੀਵ, ਜੇ ਤੂੰ ਠੀਕ ਸਮੇਂ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰੇਗਾ ਤਾਂ ਤੂੰ ਕਦੇ ਵੀ ਇਸ ਭਵ ਸਾਗਰ ਤੋਂ ਪਾਰ ਨਹੀਂ ਤਰ ਸਕਦਾ। ਤੈਨੂੰ ਅੰਤ ਕਾਲ ਦੇ ਵਿੱਚ ਪਛਤਾਣਾ ਪਏਗਾ। ਕਿਉਂਕਿ ਜਦੋਂ ਤੇਰਾ ਉਸ ਪਰਮਾਤਮਾ ਦੇ ਸਿਮਰਨ ਕਰਨ ਦਾ ਸਮਾਂ ਸੀ, ਉਸ ਵੇਲੇ ਤੂੰ ਉਸ ਪਰਮਾਤਮਾ ਤੋਂ ਬੇਮੁਖ ਹੋ ਕਰਕੇ ਸੰਸਾਰਿਕ ਮੋਹ ਮਾਇਆ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸ ਕਰਕੇ ਜਿਹੜਾ ਆਪਣਾ ਕੀਮਤੀ ਸਮਾਂ ਉਸ ਨੂੰ ਅਜਾਈਂ ਗਵਾ ਦਿੱਤਾ, ਬੇਅਰਥ ਗਵਾ ਦਿੱਤਾ। ਔਰ ਜਦੋਂ ਜੀਵ ਆਤਮਾ ਨੂੰ ਆਪਣਾ ਜਿਹੜਾ ਨੇੜਾ ਸਮਾਂ ਦਿਸਦਾ ਹੈ ਤਾਂ ਫਿਰ ਉਸ ਦੇ ਲਈ ਪਰਮਾਤਮਾ ਦਾ ਸਿਮਰਨ ਜਿਹੜਾ ਹੈ ਉਹ ਔਖਾ ਹੋ ਜਾਂਦਾ। ਅਖੀਰਲੇ ਸਮੇਂ ਦੇ ਵਿੱਚ ਕੋਈ ਵੀ ਕੰਮ ਸਮੇਂ ਸਿਰ ਕੀਤਾ ਜਾਏ, ਉਸ ਦਾ ਜਿਹੜਾ ਲਾਭ ਹੈ ਉਹ ਬਹੁਤ ਵੱਧ ਮਿਲਦਾ ਹੈ, ਪਰ ਜੇਕਰ ਅਖੀਰਲੇ ਸਮੇਂ 'ਤੇ, ਅੰਤਿਮ ਮੂਮੈਂਟ 'ਤੇ ਕੀਤਾ ਜਾਏ ਤਾਂ ਜੀਵਨ ਦੇ ਵਿੱਚ ਬੜੀ ਔਖਿਆਈ ਹੁੰਦੀ ਹੈ। ਪਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ, ਕਿ ਜਿਹੜਾ ਸਰਬਰ ਭਾਵ ਸਮੁੰਦਰ, ਇੱਥੇ ਭਵ ਸਾਗਰ ਦੇ ਨਾਲ ਇਸ ਦੀ ਤੁਲਨਾ। ਸੰਸਾਰਕ ਮੋਹ ਮਾਇਆ ਦਾ ਜਿਹੜਾ ਭਵ ਸਾਗਰ, ਜਦੋਂ ਪੂਰੀ ਤਰੀਕੇ ਦੇ ਨਾਲ ਠਾਠਾਂ ਮਾਰਦਾ ਹੋਏ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਮਨ, ਤਾਂ ਉਸ ਦੇ ਲਈ ਉਸ ਪਰਮਾਤਮਾ ਦਾ ਨਾਮ ਜਿਹੜਾ ਜਪਣਾ ਬੜਾ ਔਖਾ ਹੋ ਜਾਂਦਾ ਹੈ। ਭਾਵ ਜਦੋਂ ਸਮੁੰਦਰ ਦੇ ਵਿੱਚ ਲਹਿਰਾਂ ਵੱਧ ਉੱਠਦੀਆਂ ਹੋਣ ਤਾਂ ਉਸ ਵੇਲੇ ਜਿਹੜਾ ਇਹ ਬੇੜਾ ਹੈ, ਜਹਾਜ਼ ਹੈ, ਉਸ ਦੇ ਲਈ ਪਾਰ ਕਰਨਾ ਔਖਾ ਹੋ ਜਾਂਦਾ। ਉਹ ਲਹਿਰਾਂ ਦੇ ਜਾਲ ਦੇ ਵਿੱਚ ਫਸਿਆ ਰਹਿੰਦਾ ਹੈ। ਹੱਥ ਨ ਲਾਈ ਕਸੁੰਬੜੇ ਜਲ ਜਾਸੀ ਢੋਲਾ। ਕਸੁੰਬੜੇ ਦਾ ਜਿਹੜਾ ਰੰਗ ਹੁੰਦਾ ਬਹੁਤ ਕੱਚਾ ਹੁੰਦਾ, ਕੱਚਾ ਰੰਗ ਕਸੁੰਭ ਦਾ ਹੁੰਦਾ, ਪੱਕਾ ਰੰਗ ਮਜੀਠ। ਉਸ ਪਰਮਾਤਮਾ ਦੇ ਨਾਮ ਦਾ, ਭਗਤੀ ਦਾ ਜਿਹੜਾ ਰੰਗ ਹੈ ਉਹ ਬਹੁਤ ਮਿੱਠਾ ਹੁੰਦਾ, ਪਰ ਜਿਹੜਾ ਕਸੁੰਬੜੇ ਦਾ ਰੰਗ ਹੁੰਦਾ ਉਹ ਹੱਥ ਲਾਇਆ ਹੀ ਧੁੱਲ ਜਾਂਦਾ ਹੈ। ਸੁਚੇਤ ਕਰਦਾ ਹੈ ਮਨੁੱਖ ਨੂੰ ਇੱਥੇ ਰੁਕ ਕੇ ਵਿਚਾਰ ਕਰਨੀ, ਕਿਉਂਕਿ ਸਾਰੇ ਦਾ ਸਾਰਾ ਜਿਹੜਾ ਬੰਦ ਹੈ ਇਸੇ ਹੀ ਵਿਸ਼ੇ ਦੇ ਦੁਆਲੇ ਘੁੰਮਦਾ ਹੈ। ਇੱਕ ਆਪਣੇ ਪਤਲੀ ਸਹਿ ਕਰ ਬੋਲਾ, ਦੁੱਧਾ ਥਣੀ ਨ ਆਵਈ ਫਿਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀਓ ਸੋ ਅੱਲਾ ਏਸੀ, ਹੰਸ ਚਲਸੀ ਡੋਮਣਾ ਆਹੇ ਤਨ ਢੇਰੀ ਥੀਸੀ। ਕਹਿੰਦਾ ਬਾਬਾ ਸ਼ੇਖ ਫਰੀਦ ਜੀ ਅੱਗੇ ਫਰਮਾਉਂਦੇ ਹਨ ਕਿ ਜਿਹੜੀ ਜੀਵ ਆਤਮਾ ਇੱਕ ਆਪਣੇ ਪਤਲੀ ਸਹਿ ਕੇਰੇ ਬੋਲਾ, ਇੱਕ ਜਿਹੜੀ ਜੀਵ ਆਤਮਾ ਇਹਨਾਂ ਵਿਸ਼ੇ ਵਿਕਾਰਾਂ ਵਿੱਚ ਫਸ ਕਰਕੇ ਆਪਣੇ ਮਨ ਨੂੰ ਕਮਜ਼ੋਰ ਕਰ ਲੈਂਦੀ ਹੈ, ਉਸ ਨੂੰ ਆਪਣੇ ਪਤੀ ਦੇ ਦਰ ਤੋਂ ਕੇਵਲ ਤੇ ਕੇਵਲ ਨਿਰਾਦਰ ਭਰੇ ਬੋਲ ਹੀ ਪ੍ਰਾਪਤ ਹੁੰਦੇ ਹਨ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਕਿ ਜਿਸ ਤਰੀਕੇ ਦੇ ਨਾਲ ਜਿਹੜਾ ਦੁੱਧ ਹੈ ਇੱਕ ਵਾਰੀ ਜਿਹੜਾ ਥਣਾ ਤੋਂ ਨਿਕਲ ਕੇ ਬਾਹਰ ਆਉਂਦਾ, ਉਹ ਵਾਪਸ ਮੁੜ ਕੇ ਥਣਾ ਵਿੱਚ ਨਹੀਂ ਜਾ ਸਕਦਾ। ਕਹਿ ਫਰੀਦ ਸਹੇਲੀ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਦੋਂ ਉਸ ਅੱਲਾ ਦਾ, ਖੁਦਾ ਦਾ, ਪਰਮਾਤਮਾ ਦਾ, ਫਰੀਦ ਜੀ ਕਹਿੰਦੇ ਨੇ ਹੇ ਸਹੇਲੀਓ, ਜਦੋਂ ਉਸ ਪਰਮਾਤਮਾ ਦਾ ਸੁਨੇਹਾ ਇਸ ਜੀਵ ਆਤਮਾ ਨੂੰ ਆਏਗਾ ਤਾਂ ਇਹ ਵਿਸ਼ੇ ਵਿਕਾਰਾਂ ਵਿੱਚ ਜਿਹੜੀ ਜੀਵ ਆਤਮਾ ਫਸੀ ਹੁੰਦੀ ਹੈ, ਕਿਉਂਕਿ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਇੰਝ ਫਸੀ ਹੁੰਦੀ ਹੈ, ਪਰਮਾਤਮਾ ਦਾ ਨਾਮ ਸਿਮਰਨ ਭੁੱਲ ਚੁੱਕੀ ਹੁੰਦੀ ਹੈ, ਉਸ ਨੂੰ ਕੇਵਲ ਤੇ ਕੇਵਲ ਆਪਣੇ ਵਿਸ਼ੇ ਵਿਕਾਰ ਹੀ ਚੇਤੇ ਰਹਿੰਦੇ ਹਨ। ਅਜਿਹੀ ਅਵਸਥਾ ਦੇ ਵਿੱਚ ਜਦੋਂ ਇਹ ਹੰਸ ਚਲਸੀ ਡੂਮਣਾ ਇਹ ਤਨ ਢੇਰੀ ਥੀ ਸੀ, ਭਾਵੇਂ ਸਰੀਰ ਜਿਹੜਾ ਹੈ ਇਸਨੇ ਮਿੱਟੀ ਦੀ ਢੇਰੀ ਬਣ ਜਾਣਾ ਹੈ।
ਜਿਹੜਾ ਸਾਡਾ ਰੂਪ ਦਿਖਦਾ ਹੈ, ਔਰ ਇਸ ਦੇ ਵਿੱਚ ਜਿਹੜੇ ਬੋਲਣ ਵਾਲੀ ਜੀਵ ਆਤਮਾ, ਸਾਡਾ ਹੰਸ ਰੂਪੀ ਆਤਮਾ, ਇਸ ਸਰੀਰ ਦੇ ਵਿੱਚ ਬੜੀ ਔਖੀ ਨਿਕਲੇਗੀ, ਬੜੀ ਤਕਲੀਫ ਦੇ ਵਿੱਚੋਂ ਨਿਕਲੇਗੀ, ਔਰ ਇਸ ਸਰੀਰ ਨੇ ਮਿੱਟੀ ਹੋ ਜਾਣਾ ਹੈ। ਸੋ ਇਸ ਬੰਦ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਸਮੁੱਚੀ ਜੀਵ ਆਤਮਾ ਨੂੰ ਸੁਚੇਤ ਕਰਦੇ ਹਨ ਕਿ ਉਸ ਪਰਮਾਤਮਾ ਦੇ ਸਿਮਰਨ ਦਾ ਸਹੀ ਸਮਾਂ ਜੇਕਰ ਇਹ ਜੀਵ ਆਤਮਾ ਗਵਾ ਦਿੰਦੀ ਹੈ ਤਾਂ ਅਖੀਰਲੇ ਸਮੇਂ, ਭਾਵ ਇਸ ਸੰਸਾਰ ਨੂੰ ਅਲਵਿਦਾ ਕਰਨ ਵੇਲੇ, ਇਸ ਜੀਵ ਆਤਮਾ ਨੂੰ ਵੀ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਲਾ ਜਿਹੜਾ ਸ਼ਬਦ ਹੈ, ਦਿਲੋਂ ਮੁਹੱਬਤ ਜਿਨ ਸੇ ਹੀ ਸੱਚੇ ਆ, ਕਿ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਲ ਦਿਲ ਤੋਂ ਮੁਹੱਬਤ ਹੁੰਦੀ ਹੈ। ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਕਹਿੰਦਾ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਲ ਦਿਲ ਤੋਂ ਮੁਹੱਬਤ ਹੈ, ਉਹਨਾਂ ਹੀ ਜੀਵਾਂ ਨੂੰ, ਉਹਨਾਂ ਹੀ ਜੀਵਾਂ ਦੀ ਆਤਮਾ ਨੂੰ ਸੱਚੇ ਕਿਹਾ ਜਾ ਸਕਦਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ, ਪਰ ਜਿਨ੍ਹਾਂ ਦੇ ਮਨ ਦੇ ਵਿੱਚ ਹੋਰ ਤੇ ਮੁੱਖ ਤੇ ਹੋਰ ਹੁੰਦਾ, ਭਾਵ ਜਿਨ੍ਹਾਂ ਦੀ ਕਥਨੀ ਤੇ ਕਰਨੀ ਦੇ ਵਿੱਚ ਅੰਤਰ ਹੁੰਦਾ ਹੈ। ਜਿਹੜੇ ਬਾਹਰੀ ਅਡੰਬਰ ਵਾਲੇ ਜੀਵ ਹੁੰਦੇ ਹਨ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੱਚਾ ਗਿਣਿਆ ਜਾਂਦਾ ਹੈ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਏ ਭਾਰ ਥੀਏ ਰਹਾਓ। ਮੈਂ ਪਹਿਲਾਂ ਵੀ ਮੈਂ ਪਿਛਲੇ ਬੰਦ ਦੇ ਵਿੱਚ ਕਿਹਾ ਕਿ ਰਹਾਓ ਜਿਸ ਬੰਦ ਦੇ ਵਿੱਚ ਆਉਂਦਾ, ਉਸ ਕਾਵ ਟੁਕੜੇ ਦਾ ਜਿਹੜਾ ਹੈ ਕੇਂਦਰੀ ਭਾਵ ਹੁੰਦਾ। ਉੱਥੇ ਰੁਕਦੇ ਹਾਂ, ਅਸੀਂ ਵਿਚਾਰ ਕਰਦੇ ਹਾਂ ਕਿ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਜਿਹੜੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ ਹਨ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਜਿਹੜੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ ਹਨ, ਉਹ ਪਰਮਾਤਮਾ ਦੇ ਦੀਦਾਰ ਕਰਦੇ ਹਨ, ਉਹ ਪਰਮਾਤਮਾ ਦੇ ਦਰਸ਼ਨਾਂ ਦਾ ਆਨੰਦ ਮਾਣਦੇ ਹਨ। ਪਰ ਵਿਸਰਿਆ ਜਿਨ ਨਾਮ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦਾ, ਉਸ ਖੁਦਾ ਦਾ, ਉਸ ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ ਹੈ, ਤੇ ਭੂਏ ਭਾਰ ਥੀਏ, ਉਹ ਕੇਵਲ ਤੇ ਕੇਵਲ ਇਸ ਧਰਤੀ ਦੇ ਉੱਪਰ, ਇਸ ਧਰਤੀ ਦੇ ਉੱਪਰ ਭਾਰ ਹੀ ਹਨ। ਜਿਵੇਂ ਇੱਕ ਦ੍ਰਿਸ਼ਟਾਂਤ ਹੈ, ਬਾਬਾ ਭਾਈ ਗੁਰਦਾਸ ਜੀ ਅਕਿਰਤਗਣ ਦੇ ਵਿੱਚ ਵੀ ਇਸ ਦਾ ਜ਼ਿਕਰ ਕਰਦੇ ਹਨ ਕਿ ਜਿਹੜਾ ਧਰਤੀ 'ਤੇ ਭਾਰ ਹੈ ਉਹ ਅਕਿਰਤਗਣਾਂ ਦਾ ਹੈ, ਕਿਉਂਕਿ ਧਰਤੀ 'ਤੇ ਅਨੇਕਾਂ ਪਹਾੜ, ਬੂਟੇ, ਨਦੀਆਂ, ਨਾਲੇ, ਸਮੁੰਦਰ, ਬਹੁਤ ਕੁਝ ਇਸ ਧਰਤੀ 'ਤੇ ਹੈ। ਪਰ ਧਰਤੀ ਨੂੰ ਜਿਹੜਾ ਹੈ ਉਹ ਭਾਰ ਕੇਵਲ ਤੇ ਕੇਵਲ ਅਕਿਰਤਗਣਾਂ ਦਾ ਹੈ। ਸੋ ਇਸੇ ਤਰੀਕੇ ਦੇ ਨਾਲ ਕਿ ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਉਸ ਪਰਮਾਤਮਾ ਦਾ, ਪ੍ਰਭੂ ਦਾ ਨਾਮ ਨਹੀਂ ਯਾਦ, ਉਹ ਇਸ ਧਰਤੀ ਦੇ ਉੱਪਰ ਕੇਵਲ ਭਾਰ ਹਨ। ਰੁਕ ਕੇ ਇੱਥੇ ਵਿਚਾਰ ਕਰਨੀ, ਕਿਉਂਕਿ ਪੂਰੇ ਦਾ ਪੂਰਾ ਇਹ ਕੇਂਦਰੀ ਭਾਵ ਹੈ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਊ ਆਏ ਸਫਲ ਸੇ। ਇੱਥੇ ਇੱਕ ਅਗਲੀ ਇਹਨਾਂ ਸਤਰਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਉਸ ਜੀਵ ਆਤਮਾ ਦੇ ਬਾਰੇ ਗੱਲ ਕਰਦੇ ਹਨ ਕਿ ਹਰ ਇੱਕ ਨੂੰ ਵੀ ਜਿਹੜਾ ਹੈ ਉਸ ਪਰਮਾਤਮਾ ਦੇ ਦੀਦਾਰ ਦਾ ਜਿਹੜਾ ਸੁਭਾਗ ਹੈ ਉਹ ਪ੍ਰਾਪਤ ਨਹੀਂ ਹੁੰਦਾ। ਭਾਵ ਹਰ ਇੱਕ ਜੀਵ ਆਤਮਾ ਜਿਹੜੀ ਹੈ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਨਹੀਂ ਰੰਗ ਸਕੀ ਜਾ ਸਕਦੀ। ਕਿਉਂ? ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਉਹ ਪਰਮਾਤਮਾ ਜਿਹੜਾ ਹੈ, ਜਿਸ ਜੀਵ ਆਤਮਾ ਦੇ ਬਹੁਤ ਚੰਗੇ ਕਰਮ ਨੇ, ਉਹਨਾਂ ਜੀਵ ਆਤਮਾ ਨੂੰ ਆਪਣੇ ਆਪ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਜਿਨ੍ਹਾਂ ਨੂੰ ਉਹ ਪਰਮਾਤਮਾ ਕਹਿੰਦਾ ਆਪਣੇ ਦਰ ਨਾਲ ਜੋੜ ਲੈਂਦਾ ਹੈ। ਫਿਰ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਤਿੰਨ ਧਨ ਜਣੇ ਦੀ ਮਾਊ ਆਏ ਸਫਲ ਸੇ, ਉਹਨਾਂ ਜੀਵਾਂ ਦਾ ਇਸ ਧਰਤੀ 'ਤੇ ਆਉਣਾ ਸਫਲ ਹੋ ਜਾਂਦਾ ਹੈ।
ਉਹਨਾਂ ਦੀ ਮਾਂ ਜਿਹੜੀ ਆ ਉਹ ਧਨ ਹੈ, ਭਾਵ ਉਸ ਮਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਿਸ ਦੀ ਕੁੱਖ ਤੋਂ ਅਜਿਹੇ ਜੀਵਾਂ ਦਾ ਜਨਮ ਹੁੰਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਦਰ ਦੇ ਨਾਲ ਜੋੜ ਲੈਂਦਾ ਹੈ ਔਰ ਉਹਨਾਂ ਦਾ ਆਉਣਾ ਇਸ ਧਰਤੀ ਦੇ ਉੱਪਰ ਸਫਲ ਹੋ ਜਾਂਦਾ ਹੈ। ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਪਰਮਾਤਮਾ ਦੀ ਅਪਾਰ ਬੇਅੰਤਤਾ ਦਾ ਜਿਹੜਾ ਜ਼ਿਕਰ ਕਰਦੇ ਬਾਬਾ ਫਰੀਦ ਜੀ ਆਖਦੇ ਹਨ ਕਿ ਜਿਨ੍ਹਾਂ ਨੇ ਉਸ ਪਰਵਰਦਗਾਰ, ਉਸ ਅਕਾਲ ਪੁਰਖ, ਉਸ ਖੁਦਾ ਅੱਲਾ ਜਿਹੜਾ ਬਹੁਤ ਅਪਾਰ ਅਗੰਮ ਬੇਅੰਤ, ਇਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜੋ ਬਹੁਤ ਅਪਾਰ ਹੈ, ਅਗਮ ਅਗੋਚਰ ਹੈ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਛਾਣ ਲਿਆ, ਮੈਂ ਉਹਨਾਂ ਜੀਵਾਂ ਦੇ ਪੈਰਾਂ ਨੂੰ ਨਮਸਕਾਰ ਕਰਦਾ ਹਾਂ, ਉਹਨਾਂ ਦੇ ਪੈਰਾਂ ਨੂੰ ਚੁੰਮਦਾ ਹਾਂ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਤੇਰੀ ਪਨਾਹ ਭਾਵ ਹੇ ਪਰਮਾਤਮਾ, ਹੇ ਖੁਦਾ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਹੇ ਖੁਦਾ ਤੂੰ ਮੈਨੂੰ ਆਪਣੀ ਸ਼ਰਨ ਜਿਹੜੀ ਉਹ ਬਖਸ਼ਿਸ਼ ਕਰ। ਬਾਬਾ ਸ਼ੇਖ ਫਰੀਦ ਜੀ ਤੇ ਇੱਥੋਂ ਇਹ ਬੰਦਗੀ ਖੈਰ ਜਿਹੜੀ ਹੈ, ਬੰਦਗੀ ਦੀ ਹੀ ਖੈਰ ਮੰਗਦੇ ਹਨ, ਭਾਵ ਉਹਨਾਂ ਦੀ ਝੋਲੀ ਦੇ ਵਿੱਚ ਬੰਦਗੀ ਦੀ ਖੈਰ ਬਖਸ਼ਿਸ਼ ਕਰ। ਇਹਨਾਂ ਸ਼ਬਦਾਂ ਦੇ ਔਖੇ ਅਰਥ ਆਪ ਜੀ ਦੀ ਸੁਵਿਧਾ ਲਈ ਨਾਲ ਅਟੈਚ ਹਨ।